Hello students, welcome to 5th semester history class। ਸਾਡੀ ਸੈਕੰਡ ਯੂਨਿਟ ਚੱਲ ਰਹੀ ਸੀ। ਸੈਕੰਡ ਯੂਨਿਟ ਵਿੱਚ ਸਾਡਾ ਕੁਐਸਚਨ ਚੱਲ ਰਿਹਾ ਸੀ ਅਮਰੀਕੀ ਕ੍ਰਾਂਤੀ ਦੇ ਕਾਰਨ ਅਤੇ ਪ੍ਰਭਾਵਾਂ ਦੀ ਚਰਚਾ ਕਰੋ। ਪਿਛਲੀਆਂ ਕਲਾਸਾਂ ਵਿੱਚ ਅਸੀਂ ਦੇਖਿਆ ਕਿ ਇੰਗਲੈਂਡ ਨੇ ਅਮਰੀਕਾ ਵਿੱਚ ਆਪਣੀਆਂ 13 ਬਸਤੀਆਂ ਵਸਾਈਆਂ ਹੋਈਆਂ ਸਨ। ਸਮੇਂ ਦੇ ਨਾਲ ਅਨੇਕ ਸਥਾਈ ਅਤੇ ਤਤਕਾਲੀਨ ਕਾਰਨ ਪੈਦਾ ਹੋਏ, ਜਿਨ੍ਹਾਂ ਦੇ ਸਿੱਟੇ ਵਜੋਂ ਇੰਗਲੈਂਡ ਦੀ ਅਮਰੀਕਾ ਵਿੱਚ ਵਸਾਈਆਂ ਇਹਨਾਂ 13 ਬਸਤੀਆਂ ਦੇ ਲੋਕਾਂ ਵਿੱਚ ਇੰਗਲੈਂਡ ਦੇ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਹੋਈ ਅਤੇ ਉਹਨਾਂ ਨੇ ਮਿਲ ਕੇ ਇੰਗਲੈਂਡ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕੀਤੀ। ਕਿਉਂਕਿ ਇਹ ਆਜ਼ਾਦੀ ਜਾਂ ਸੁਤੰਤਰਤਾ 4 ਜੁਲਾਈ 1776 ਈਸਵੀ ਨੂੰ ਪ੍ਰਾਪਤ ਕੀਤੀ ਗਈ ਸੀ। ਇਸ ਲਈ ਅਮਰੀਕਾ ਵਿੱਚ 4 ਜੁਲਾਈ ਨੂੰ ਹਰ ਸਾਲ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ। ਅੱਜ ਦੀ ਕਲਾਸ ਵਿੱਚ ਅਸੀਂ ਇਸ ਕ੍ਰਾਂਤੀ ਦੇ ਪ੍ਰਭਾਵਾਂ ਜਾਂ ਪਰਿਣਾਮਾਂ ਜਾਂ ਸਿੱਟਿਆਂ ਦੀ ਚਰਚਾ ਕਰਾਂਗੇ। ਇਸ ਕ੍ਰਾਂਤੀ ਦੇ ਪ੍ਰਭਾਵਾਂ ਨੂੰ ਅਸੀਂ 3 ਮੁੱਖ ਪੁਆਇੰਟਸ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਹੈ ਇਸ ਕ੍ਰਾਂਤੀ ਦੇ ਅਮਰੀਕਾ 'ਤੇ ਕੀ ਪ੍ਰਭਾਵ ਪਏ। ਦੂਜਾ ਹੈ ਇਸ ਕ੍ਰਾਂਤੀ ਦੇ ਇੰਗਲੈਂਡ 'ਤੇ ਕੀ ਪ੍ਰਭਾਵ ਪਏ ਅਤੇ ਤੀਜਾ ਹੈ ਇਸ ਕ੍ਰਾਂਤੀ ਦੇ ਹੋਰ ਦੇਸ਼ਾਂ 'ਤੇ ਕੀ ਪ੍ਰਭਾਵ ਪਏ। ਪਰੰਤੂ ਅਸੀਂ ਅੱਜ ਦੀ ਕਲਾਸ ਵਿੱਚ ਪਹਿਲੇ ਪੁਆਇੰਟ ਯਾਨੀ ਇਸ ਕ੍ਰਾਂਤੀ ਦੇ ਅਮਰੀਕਾ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਹੀ ਚਰਚਾ ਕਰਾਂਗੇ। ਸ਼ੁਰੂ ਕਰਦੇ ਹਾਂ ਕ੍ਰਾਂਤੀ ਦੇ ਅਮਰੀਕਾ 'ਤੇ ਪ੍ਰਭਾਵ। ਅਮਰੀਕਾ ਦੀ ਕ੍ਰਾਂਤੀ ਨੇ ਅਮਰੀਕਾ ਦੇ ਲੋਕਾਂ 'ਤੇ ਅਨੇਕ ਮਹੱਤਵਪੂਰਨ ਪ੍ਰਭਾਵ ਪਾਏ, ਜਿਨ੍ਹਾਂ ਵਿੱਚੋਂ ਪਹਿਲਾ ਹੈ ਸੰਯੁਕਤ ਰਾਜ ਅਮਰੀਕਾ ਦਾ ਜਨਮ। ਅਮਰੀਕਾ ਦੀ ਕ੍ਰਾਂਤੀ ਤੋਂ ਪਹਿਲਾਂ ਉੱਥੇ 13 ਬਸਤੀਆਂ ਅਜਿਹੀਆਂ ਸਨ ਜੋ ਕਿ ਇੰਗਲੈਂਡ ਦੇ ਅਧੀਨ ਸਨ। ਇੰਗਲੈਂਡ ਉਹਨਾਂ ਦਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਸ਼ੋਸ਼ਣ ਕਰ ਰਿਹਾ ਸੀ। ਇਸ ਸ਼ੋਸ਼ਣ ਤੋਂ ਤੰਗ ਆ ਕੇ ਬਸਤੀਆਂ ਦੇ ਨਿਵਾਸੀਆਂ ਨੇ ਇੰਗਲੈਂਡ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਬਾਅਦ ਵਿੱਚ ਇਹ ਵਿਦਰੋਹ ਇੱਕ ਭਿਅੰਕਰ ਯੁੱਧ ਦੇ ਰੂਪ ਵਿੱਚ ਬਦਲ ਗਿਆ। ਇਸ ਯੁੱਧ ਵਿੱਚ ਇੰਗਲੈਂਡ ਪਰਾਜਿਤ ਹੋਇਆ ਅਤੇ ਉਸ ਨੂੰ ਮਜਬੂਰ ਹੋ ਕੇ ਬਸਤੀਆਂ ਨੂੰ ਸੁਤੰਤਰਤਾ ਪ੍ਰਦਾਨ ਕਰਨੀ ਪਈ। ਇਸ ਤਰ੍ਹਾਂ ਉਹਨਾਂ ਵਿੱਚ ਰਾਜਨੀਤਿਕ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਜਾਗਰਤ ਹੋਈ ਅਤੇ ਉਹਨਾਂ ਦਾ ਏਕੀਕਰਨ ਹੋ ਗਿਆ ਅਤੇ ਸੰਯੁਕਤ ਰਾਜ ਅਮਰੀਕਾ ਨਾਂ ਦਾ ਇੱਕ ਨਵਾਂ ਰਾਸ਼ਟਰ ਜਾਂ ਦੇਸ਼ ਵਿਸ਼ਵ ਦੇ ਨਕਸ਼ੇ 'ਤੇ ਆ ਗਿਆ। ਅਗਲਾ ਪਰਿਣਾਮ ਹੈ ਨਵਾਂ ਸੰਵਿਧਾਨ। ਨਵੇਂ ਬਣੇ ਰਾਸ਼ਟਰ ਅਮਰੀਕਾ ਦੇ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਸ਼ਾਇਦ ਕ੍ਰਾਂਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਇਸ ਸੰਵਿਧਾਨ ਦੇ ਨਿਰਮਾਣ ਤੋਂ ਪਹਿਲਾਂ ਬਹੁਤ ਵਾਦ ਵਿਵਾਦ ਹੋਇਆ, ਪਰੰਤੂ 17 ਸਤੰਬਰ 1787 ਈਸਵੀ ਨੂੰ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਅਤੇ 1788 ਈਸਵੀ ਵਿੱਚ ਇਸ ਨੂੰ ਸਵੀਕ੍ਰਿਤੀ ਵੀ ਪ੍ਰਦਾਨ ਕਰ ਦਿੱਤੀ ਗਈ। ਨਵੇਂ ਸੰਵਿਧਾਨ ਦੇ ਅਨੁਸਾਰ ਦੇਸ਼ ਦਾ ਮੁਖੀਆ ਰਾਸ਼ਟਰਪਤੀ ਨੂੰ ਬਣਾਇਆ ਗਿਆ ਅਤੇ ਉਸ ਦਾ ਕਾਰਜਕਾਲ 4 ਸਾਲ ਨਿਸ਼ਚਿਤ ਕੀਤਾ ਗਿਆ। ਰਾਸ਼ਟਰਪਤੀ ਦਾ ਚੁਣਾਵ ਵਿਧਾਨ ਸਭਾ ਦੇ ਨਿਰਵਾਚਿਤ ਸਦੱਸਿਆਂ ਦੁਆਰਾ ਕੀਤਾ ਜਾਂਦਾ ਸੀ। ਨਵੇਂ ਸੰਵਿਧਾਨ ਦੇ ਅਨੁਸਾਰ ਅਮਰੀਕੀ ਸੰਸਦ ਦੇ ਲਈ 2 ਸਦਨਾਂ, ਪਹਿਲਾ ਸੀਨੇਟ ਅਤੇ ਦੂਜਾ ਪ੍ਰਤੀਨਿਧੀਆਂ ਦਾ ਸਦਨ ਦੀ ਵਿਵਸਥਾ ਕੀਤੀ ਗਈ।
ਇਸ ਦੇ ਅਨੁਸਾਰ ਸੀਨੇਟ ਦੀ ਅਵਧੀ ਜਾਂ ਸਮਾਂ 6 ਸਾਲ ਅਤੇ ਪ੍ਰਤੀਨਿਧੀਆਂ ਦੇ ਸਦਨ ਦਾ ਸਮਾਂ 2 ਸਾਲ ਨਿਸ਼ਚਿਤ ਕੀਤਾ ਗਿਆ। ਪੂਰੇ ਰਾਸ਼ਟਰ ਦੇ ਲਈ ਇੱਕ ਹੀ ਉੱਚਤਮ ਨਿਆਲਿਆ ਯਾਨੀ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ। ਸਰਵੋੱਚ ਨਿਆਲਿਆ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਸੀਨੇਟ ਦੀ ਸਲਾਹ ਦੇ ਅਨੁਸਾਰ ਕਰਨ ਦਾ ਪ੍ਰਾਵਧਾਨ ਰੱਖਿਆ ਗਿਆ। ਅਗਲਾ परिणाम ਹੈ ਰਾਸ਼ਟਰੀ ਭਾਵਨਾ ਦਾ ਉਦੈ। ਇਸ ਕ੍ਰਾਂਤੀ ਨੇ ਅਮਰੀਕਾ ਦੇ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਦੇ ਉਤਥਾਨ ਨੂੰ ਮੁੱਖ ਰੂਪ ਤੋਂ ਪ੍ਰੋਤਸਾਹਿਤ ਕੀਤਾ। ਇੱਥੋਂ ਦੀ 13 ਵੱਖ ਬਸਤੀਆਂ ਨੇ ਇਕੱਠਾ ਹੋ ਕੇ ਇੰਗਲੈਂਡ ਨਾਲ ਯੁੱਧ ਲੜਿਆ ਸੀ। ਇਸ ਯੁੱਧ ਵਿੱਚ ਉਹਨਾਂ ਦੀ ਸ਼ਾਨਦਾਰ ਜਿੱਤ ਹੋਈ, ਜਿਸ ਕਾਰਨ ਉਹਨਾਂ ਦਾ ਰਾਸ਼ਟਰੀ ਏਕਤਾ ਵਿੱਚ ਵਿਸ਼ਵਾਸ ਬਹੁਤ ਮਜ਼ਬੂਤ ਹੋ ਗਿਆ। ਨਵੇਂ ਸੰਵਿਧਾਨ ਦੇ ਨਿਰਮਾਣ ਨੇ ਲੋਕਾਂ ਨੂੰ ਰਾਸ਼ਟਰੀ ਭਾਵਨਾ ਨਵੇਂ ਸੰਵਿਧਾਨ ਦੇ ਨਿਰਮਾਣ ਨੇ ਲੋਕਾਂ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਦਿੱਤਾ ਅਤੇ ਹੌਲੀ-ਹੌਲੀ ਸੰਯੁਕਤ ਰਾਜ ਅਮਰੀਕਾ ਯਾਨੀ USA ਇੱਕ ਤਾਕਤਵਰ ਰਾਸ਼ਟਰ ਦਾ ਰੂਪ ਧਾਰਨ ਕਰ ਗਿਆ। ਅਗਲਾ परिणाम ਹੈ ਖੇਤੀ ਦਾ ਵਿਕਾਸ। ਅਮਰੀਕਾ ਦੀ ਕ੍ਰਾਂਤੀ ਦੇ ਬਾਅਦ ਜੋ ਅੰਗਰੇਜ਼ ਅਮਰੀਕਾ ਤੋਂ ਭੱਜ ਗਏ ਸਨ, ਉਹ ਆਪਣੇ ਪਿੱਛੇ ਲੱਖਾਂ ਏਕੜ ਖੇਤੀਯੋਗ ਭੂਮੀ ਛੱਡ ਗਏ ਸਨ। ਨਵੀਂ ਸਰਕਾਰ ਨੇ ਉਹਨਾਂ ਦੀ ਉਹ ਭੂਮੀ ਜਾਂ ਜ਼ਮੀਨ ਜ਼ਬਤ ਕਰ ਲਿੱਤੀ ਅਤੇ ਆਪਣੇ ਕਿਸਾਨਾਂ ਵਿੱਚ ਵੰਡ ਦਿੱਤੀ। ਹੁਣ ਇਸ ਜ਼ਮੀਨ 'ਤੇ ਅਮਰੀਕੀਆਂ ਦਾ ਅਧਿਕਾਰ ਹੋ ਜਾਣ ਦੇ ਕਾਰਨ ਖੇਤੀ ਦਾ ਬਹੁਤ ਵਿਕਾਸ ਹੋਇਆ। ਇੰਗਲੈਂਡ ਦੀ ਸਰਕਾਰ ਨੇ ਅਮਰੀਕੀ ਕਿਸਾਨਾਂ 'ਤੇ ਜੋ ਪ੍ਰਤੀਬੰਧ ਜਾਂ ਰੋਕ ਲਾਈਆਂ ਸਨ, ਉਹ ਸਾਰੀਆਂ ਸਮਾਪਤ ਕਰ ਦਿੱਤੀਆਂ ਗਈਆਂ। ਹੁਣ ਉਹ ਆਪਣੀ ਇੱਛਾ ਅਨੁਸਾਰ ਖੇਤੀ ਕਰ ਸਕਦੇ ਸਨ ਅਤੇ ਆਪਣਾ ਮਾਲ ਵੀ ਵੇਚ ਸਕਦੇ ਸਨ। ਹੁਣ ਉਹ ਇੰਗਲੈਂਡ ਦੀ ਗੁਲਾਮੀ ਤੋਂ ਬਿਲਕੁਲ ਮੁਕਤ ਸਨ। ਹੌਲੀ-ਹੌਲੀ ਕੁਝ ਹੀ ਸਾਲਾਂ ਦੇ ਵਿੱਚ ਖੇਤੀ ਦਾ ਆਧੁਨਿਕੀਕਰਨ ਵੀ ਹੋ ਗਿਆ। ਅਗਲਾ परिणाम ਹੈ ਉਦਯੋਗਾਂ ਦਾ ਵਿਕਾਸ। ਇਸ ਕ੍ਰਾਂਤੀ ਦੇ ਸਿੱਟੇ ਵਜੋਂ ਅਮਰੀਕਾ ਵਿੱਚ ਉਦਯੋਗਿਕ ਵਿਕਾਸ ਵੀ ਤੇਜ਼ ਗਤੀ ਨਾਲ ਹੋਇਆ। ਅਮਰੀਕੀ ਉਦਯੋਗ ਹੁਣ ਅੰਗਰੇਜ਼ਾਂ ਦੇ ਨਿਯੰਤਰਣ ਤੋਂ ਬਿਲਕੁਲ ਮੁਕਤ ਸਨ। ਜੋ ਵਸਤੂਆਂ ਪਹਿਲਾਂ ਇੰਗਲੈਂਡ ਤੋਂ ਮੰਗਵਾਉਣੀਆਂ ਪੈਂਦੀਆਂ ਸਨ, ਉਹਨਾਂ ਦਾ ਨਿਰਮਾਣ ਹੁਣ ਅਮਰੀਕਾ ਵਿੱਚ ਹੀ ਹੋਣ ਲੱਗ ਪਿਆ। ਇਸ ਤਰ੍ਹਾਂ ਅਮਰੀਕਾ ਉਦਯੋਗਿਕ ਖੇਤਰ ਵਿੱਚ ਆਤਮ ਨਿਰਭਰ ਹੋ ਗਿਆ। ਅਮਰੀਕਾ ਦੇ ਉਦਯੋਗਾਂ ਵਿੱਚ ਬਣਿਆ ਮਾਲ ਹੁਣ ਬਿਨਾਂ ਕਿਸੇ ਰੋਕ ਟੋਕ ਦੇ ਨਿਰਯਾਤ ਹੋਣ ਲੱਗ ਪਿਆ, ਜਿਸ ਦੇ ਨਾਲ ਅਮਰੀਕਾ ਦੀ ਆਰਥਿਕ ਸ਼ਕਤੀ ਮਜ਼ਬੂਤ ਹੁੰਦੀ ਚਲੀ ਗਈ। ਅਗਲਾ परिणाम ਹੈ ਸਮਾਜਿਕ ਪ੍ਰਭਾਵ। ਇਸ ਕ੍ਰਾਂਤੀ ਦੇ ਸਿੱਟੇ ਵਜੋਂ ਅਮਰੀਕਾ ਦੇ ਲੋਕਾਂ ਦੇ ਸਮਾਜਿਕ ਜੀਵਨ 'ਤੇ ਵੀ ਬੜਾ ਗਹਿਰਾ ਪ੍ਰਭਾਵ ਪਿਆ। ਹੁਣ ਉਹਨਾਂ ਨੂੰ ਬੋਲਣ, ਲਿਖਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਮਿਲ ਗਈ। ਇਸ ਕਾਰਨ ਅਮਰੀਕਾ ਦੇ ਲੋਕਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਕ੍ਰਾਂਤੀ ਤੋਂ ਪਹਿਲਾਂ ਅਮਰੀਕਾ ਦੇ ਸਮਾਜ ਵਿੱਚ ਉੱਚ ਸ਼੍ਰੇਣੀਆਂ ਦਾ ਪ੍ਰਭਾਵ ਸੀ। ਕ੍ਰਾਂਤੀ ਦੇ ਬਾਅਦ ਜਦੋਂ ਉੱਚ ਸ਼੍ਰੇਣੀ ਦੇ ਲੋਕਾਂ ਜਿਵੇਂ ਗਵਰਨਰ, ਉੱਚ ਅਧਿਕਾਰੀ, ਵਪਾਰੀ, ਵੱਡੇ ਜ਼ਮੀਂਦਾਰ ਅਤੇ ਪਾਦਰੀ ਆਦਿ ਅਮਰੀਕਾ ਛੱਡ ਕੇ ਚਲੇ ਗਏ ਤਾਂ ਬਸਤੀਆਂ ਦੇ ਲੋਕ ਪੁਰਾਣੀ ਸਮਾਜਿਕ ਵਿਵਸਥਾ ਦੀ ਆਲੋਚਨਾ ਕਰਨ ਲੱਗ ਪਏ। ਉਹਨਾਂ ਨੇ ਇਸ ਪੁਰਾਣੀ ਸਮਾਜਿਕ ਵਿਵਸਥਾ ਵਿੱਚ ਬਦਲਾਵ ਦੀ ਮੰਗ ਕੀਤੀ। ਸਿੱਟੇ ਵਜੋਂ ਕਈ ਉਦਾਰ ਅੰਦੋਲਨ ਚੱਲੇ। ਇਹਨਾਂ ਉਦਾਰ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਹੀ ਦਾਸ ਪ੍ਰਥਾ ਦੇ ਵਿਰੁੱਧ ਵੀ ਅੰਦੋਲਨ ਚਲਾਇਆ ਗਿਆ ਅਤੇ ਹੌਲੀ-ਹੌਲੀ ਉੱਤਰੀ ਅਮਰੀਕਾ ਵਿੱਚ ਦਾਸ ਪ੍ਰਥਾ ਸਮਾਪਤ ਹੋ ਗਈ। ਸਮਾਜਿਕ ਪ੍ਰਭਾਵਾਂ ਨੂੰ ਦੇਖਦੇ ਹੋਏ
ਪ੍ਰਸਿੱਧ ਇਤਿਹਾਸਕਾਰ ਚਾਰਲਸ ਅਤੇ ਮੇਰੀ ਬੀਅਰਡ ਨੇ ਬਿਲਕੁਲ ਠੀਕ ਕਿਹਾ ਹੈ ਕਿ ਕ੍ਰਾਂਤੀ ਨੇ ਅਮਰੀਕਾ ਦੇ ਬਹੁਤ ਜਿਹੇ ਲੋਕਾਂ ਵਿੱਚ ਸਮਾਜਿਕ ਅਤੇ ਬੌਧਿਕ ਜਾਗ੍ਰਿਤੀ ਲਿਆ ਦਿੱਤੀ ਸੀ। ਅਗਲਾ परिणाम ਹੈ ਸਿੱਖਿਆ ਦਾ ਵਿਕਾਸ। ਅਮਰੀਕਾ ਦੀ ਕ੍ਰਾਂਤੀ ਦਾ ਇੱਕ ਹੋਰ ਮਹੱਤਵਪੂਰਨ ਪ੍ਰਭਾਵ ਜੋ ਅਮਰੀਕਾ ਦੇ ਸਮਾਜ 'ਤੇ ਪਿਆ ਉਹ ਇਹ ਸੀ ਕਿ ਅਮਰੀਕਾ ਦੇ ਲੋਕ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦੇਣ ਲੱਗ ਪਏ। ਅਮਰੀਕਾ ਵਾਸੀਆਂ ਨੇ ਇਹ ਅਨੁਭਵ ਕੀਤਾ ਕਿ ਲੋਕਾਂ ਦਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਤਾਂ ਕਿ ਲੋਕ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਣ ਅਤੇ ਆਪਣੇ ਚੋਣ ਦੇਣ ਦੇ ਅਧਿਕਾਰ ਦਾ ਸਹੀ ਪ੍ਰਯੋਗ ਕਰ ਸਕਣ। ਐਸੇ ਉਦੇਸ਼ ਨਾਲ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਸਿੱਖਿਆ ਸੰਬੰਧੀ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। ਇਸ ਕਾਰਨ ਅਮਰੀਕਾ ਵਿੱਚ ਨਾ ਕੇਵਲ ਪ੍ਰਾਥਮਿਕ ਸਿੱਖਿਆ ਬਲਕਿ ਉੱਚ ਸਿੱਖਿਆ ਦਾ ਵੀ ਬਹੁਤ ਵਿਕਾਸ ਹੋਇਆ। ਅਗਲਾ परिणाम ਹੈ ਧਾਰਮਿਕ ਪ੍ਰਭਾਵ। ਅਮਰੀਕਾ ਦੀ ਕ੍ਰਾਂਤੀ ਨਾਲ ਅਮਰੀਕਾ ਦੇ ਲੋਕਾਂ ਦੇ ਧਾਰਮਿਕ ਖੇਤਰ 'ਤੇ ਵੀ ਬੜਾ ਮਹੱਤਵਪੂਰਨ ਪ੍ਰਭਾਵ ਪਿਆ। ਅਮਰੀਕਾ ਦੀ ਬਸਤੀਆਂ ਤੋਂ ਇੰਗਲੈਂਡ ਦਾ ਸ਼ਾਸਨ ਸਮਾਪਤ ਹੋਣ ਦੇ ਕਾਰਨ ਇੰਗਲਿਸ਼ ਚਰਚ ਦਾ ਪ੍ਰਭਾਵ ਸਮਾਪਤ ਹੋ ਗਿਆ। ਇਸ ਕਾਰਨ ਸਾਰੇ ਦੇਸ਼ ਵਿੱਚ ਸੁਤੰਤਰਤਾ ਦੀ ਨੀਤੀ ਦਾ ਪ੍ਰਚਲਨ ਹੋ ਗਿਆ ਸੀ। ਬਹੁਤ ਵੱਡੀ ਸੰਖਿਆ ਵਿੱਚ ਅੰਗਰੇਜ਼ ਅਮਰੀਕਾ ਤੋਂ ਕੈਨੇਡਾ ਚਲੇ ਗਏ ਸਨ। ਇਹਨਾਂ ਅੰਗਰੇਜ਼ਾਂ ਦੇ ਉੱਥੇ ਚਲੇ ਜਾਣ ਦੇ ਕਾਰਨ ਉਹਨਾਂ ਦਾ ਫਰਾਂਸੀਸੀ ਕੈਥੋਲਿਕਾਂ ਨਾਲ ਮਤਭੇਦ ਹੋ ਗਿਆ। ਇਹੀ ਮਤਭੇਦ ਬਾਅਦ ਵਿੱਚ ਕਨਾਡਾ ਨੂੰ 2 ਭਾਗਾਂ ਵਿੱਚ ਵੰਡਣ ਦੇ ਲਈ ਜ਼ਿੰਮੇਦਾਰ ਬਣਿਆ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਅਸੀਂ ਕ੍ਰਾਂਤੀ ਦੇ ਅਮਰੀਕਾ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕੀਤੀ। ਅਗਲੀ ਕਲਾਸ ਵਿੱਚ ਅਸੀਂ ਇਸੇ ਕ੍ਰਾਂਤੀ ਦੇ ਇੰਗਲੈਂਡ ਅਤੇ ਹੋਰ ਦੇਸ਼ਾਂ 'ਤੇ ਪ੍ਰਭਾਵਾਂ ਪੈਣ ਵਾਲੇ परिणामां ਦੀ ਚਰਚਾ ਕਰਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।